ਜਿਹੜਾ ਉਹਨਾਂ ਦਾ ਰੋਜ਼ਾਨਾ ਦਾ ਇੱਕ ਮਾਮੂਲ ਸੀ, ਉਹਦੇ ਮੁਤਾਬਕ ਉਹਨਾਂ ਨੇ ਆਪਣੇ ਸਾਰੇ ਬਜ਼ੁਰਗਾਂ ਦੋਸਤਾਂ ਨੂੰ ਦੁਕਾਨ ਦੇ ਮਦਊ ਕਰ ਲਿਆ। ਤੇ ਉਹਨੇ ਕਿਹਾ ਕਿ ਪਲੰਗ ਟੁੱਟ ਗਿਆ ਯਾਰ, ਅਸੀਂ ਵਡੇਰੇ ਹੋ ਗਏ ਹਾਂ, ਸਾਨੂੰ ਅੱਜ ਤੱਕ ਨਹੀਂ ਪਤਾ ਲੱਗਾ ਕਿ ਪਲੰਗ ਕਿਵੇਂ ਤਰੋੜਨਾ ਹੈ। ਤੂੰ ਪਲੰਗ ਤਰੋੜ ਦਿੱਤਾ ਹੈ, ਤੇ ਕਿਵੇਂ ਤਰੋੜੀ ਇਹ ਸਾਨੂੰ ਵੀ ਦੱਸ। ਜ਼ਿੰਦਗੀ ਅਸਾਂ ਵੀ ਗੁਜ਼ਾਰੀ ਹੈ, ਜਵਾਨੀ ਅਸਾਂ ਵੀ ਗੁਜ਼ਾਰੀ ਹੈ, ਲੇਕਿਨ ਅੱਜ ਤੱਕ ਅਸੀਂ ਪਲੰਗ ਨਹੀਂ ਭੰਨ ਸਕੇ। ਤੂੰ ਕਿਵੇਂ ਤਰੋੜ ਲਿਆ ਉਹ ਤਾਂ ਜ਼ਰਾ ਦੱਸ। ਦੋਸਤੋ, ਅੱਜ ਇੱਕ ਮੈਂ ਤੁਹਾਡੇ ਨਾਲ ਮਜ਼ਾਹੀਆ ਜਿਹੀ ਗੱਲ ਕਰਨ ਲੱਗਾ ਕਿ ਹੁਣ ਤਾਂ ਉਸ ਤਰ੍ਹਾਂ ਦੇ ਬਜ਼ੁਰਗ ਹੀ ਨਹੀਂ ਰਹੇ। ਸਾਡੇ ਟਾਈਮ ਦੇ ਜਿਹੜੇ ਬਜ਼ੁਰਗ ਸਨ, ਜਦੋਂ ਅਸੀਂ ਬਚਪਨ ਵਿੱਚ ਸਾਂ, ਤੇ ਬਜ਼ੁਰਗ ਇਕੱਠੇ ਹੋ ਕੇ ਬੜੀਆਂ ਬੜੀਆਂ ਅੱਛੀਆਂ ਨਸੀਹਤ ਅਮੇਜ਼ ਮਜ਼ਾਹੀਆ ਅੰਦਾਜ਼ ਵਿੱਚ ਗੱਲਾਂ ਸਮਝਾ ਦਿੰਦੇ ਹੁੰਦੇ ਸਨ। ਤੇ ਉਹਨਾਂ 'ਚੋਂ ਇੱਕ ਗੱਲ ਮੈਂ ਸੁਣਾਉਣ ਲੱਗਾ। ਇੱਕ ਸਾਡਾ ਦੋਸਤ ਇੱਕ ਦੁਕਾਨ 'ਤੇ ਕੰਮ ਕਰਦਾ ਸੀ, ਸੇਲਮੈਨੀ ਦਾ। ਤੇ ਉਹਦੇ ਜਿਹੜੇ ਮਾਲਕ ਸਨ ਉਹ ਬਜ਼ੁਰਗ ਆਦਮੀ ਸਨ, ਔਰ ਉਹਨਾਂ ਦੀ ਦੁਕਾਨ ਕਾਫੀ ਵੱਡੀ ਸੀ, ਜਿਹਦੇ ਵਿੱਚ ਅਕਸਰ ਬਜ਼ੁਰਗ ਆ ਕੇ ਦੋਸਤ ਆਪਸ ਦੇ ਉਸ ਵਕਤ ਦੇ ਬੈਠ ਕੇ ਤੇ ਗੱਪਸ਼ਪ ਲਾਉਂਦੇ ਹੁੰਦੇ ਸਨ। ਔਰ ਜਦੋਂ ਗੱਪਸ਼ਪ ਲਾਉਂਦੇ ਹਨ ਤੇ ਉਹਦੇ ਵਿੱਚ ਐਸੀਆਂ ਐਸੀਆਂ ਗੱਲਾਂ ਮਜ਼ਾਕ ਦੇ ਰੰਗ ਦੇ ਵਿੱਚ ਕਰ ਜਾਂਦੇ ਸਨ ਕਿ ਜਿਹੜੀਆਂ ਬੰਦਾ ਸੁਣ ਕੇ ਹੱਸਦਾ ਵੀ ਸੀ ਤੇ ਸੋਚਦਾ ਵੀ ਸੀ। ਉਹਨਾਂ 'ਚੋਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ। ਉਹ ਗੱਲ ਕੀ ਹੈ? ਉਹ ਗੱਲ ਇਹ ਵੇ ਕਿ ਦੋਸਤ ਨੇ ਇੱਕ ਦਿਨ ਆਪਣੇ ਦੁਕਾਨ ਦੇ ਮਾਲਕ ਨੂੰ ਕਿਹਾ ਕਿ ਬਾਬਾ ਜੀ, ਅੱਜ ਮੈਂ ਨਾ ਜ਼ਰਾ ਘਰ ਜਲਦੀ ਜਾਣਾ ਚਾਹੁੰਦਾ ਵਾਂ, ਤੇ ਮੈਨੂੰ ਜ਼ਰਾ ਜਲਦੀ ਛੁੱਟੀ ਦੇ ਦਿਆ ਜੇ। ਤੇ ਉਹਨਾਂ ਆਖਿਆ ਕੰਮ ਕੀ ਹੈ? ਉਹਨਾਂ ਆਖਿਆ ਜੀ ਕੰਮ ਇਹ ਵੇ ਕਿ ਮੇਰੇ ਨਾ ਘਰ ਦਾ ਜਿਹੜਾ ਪਲੰਗ ਹੈ ਨਾ, ਜਿਹਨੂੰ ਅੱਜ ਕੱਲ੍ਹ ਅਸੀਂ ਬੈੱਡ ਆਨੇ ਹਾਂ, ਉਹ ਟੁੱਟ ਗਿਆ ਤੇ ਉਹਨੂੰ ਮੈਂ ਮੁਰੰਮਤ ਕਰਾਉਣਾ। ਤੁਹਾਡੇ ਨੇ ਚੱਲ ਜਦੋਂ ਟਾਈਮ ਹੋਏਗਾ ਨਾ ਉਦੋਂ ਦੱਸੀ ਤੇ ਫਿਰ ਮੈਂ ਤੈਨੂੰ ਭੇਜ ਦਿਆਂਗਾ। ਇਹ ਤਕਰੀਬਨ ਉਹਨੇ ਗੱਲ ਸੁਬਾਹ ਦੇ ਟਾਈਮ ਆਉਂਦੇ ਹੀ ਕਰ ਦਿੱਤੀ ਆਪਣੇ ਮਾਲਕ ਨਾਲ, ਦੁਕਾਨ ਦਾ ਜਿਹੜਾ ਸੀ। ਉਹ ਜਦੋਂ ਜ਼ੋਹਰ ਦੀ ਨਮਾਜ਼ ਪੜ੍ਹਨ ਗਏ ਨਾ ਬਜ਼ੁਰਗ, ਆਪਣੇ ਨਾਲ ਦੋਸਤਾਂ ਨੂੰ ਹਸਬੇ ਆਦਤ ਲੈਣ ਦਾ, ਜਿਹੜਾ ਉਹਨਾਂ ਦਾ ਰੋਜ਼ਾਨਾ ਦਾ ਇੱਕ ਮਾਮੂਲ ਸੀ, ਉਹਦੇ ਮੁਤਾਬਕ ਉਹਨਾਂ ਨੇ ਆਪਣੇ ਸਾਰੇ ਬਜ਼ੁਰਗਾਂ ਦੋਸਤਾਂ ਨੂੰ ਦੁਕਾਨ ਦੇ ਮਦਊ ਕਰ ਲਿਆ। ਔਰ ਮਦਊ ਕਰਨ ਤੋਂ ਬਾਅਦ ਉਸ ਲੜਕੇ ਨੂੰ ਉਹਨਾਂ ਬੁਲਾਇਆ, ਔਰ ਬੁਲਾ ਕੇ ਆਂਦੇ ਨੇ ਯਾਰ ਹੁਣ ਦੱਸ ਕੰਮ ਕੀ ਅੱਜ ਜਿਹਦੀ ਵਜ੍ਹਾ ਤੂੰ ਅੱਜ ਘਰ ਤੂੰ ਜਲਦੀ ਜਾਣਾ ਚਾਹੁੰਦਾ। ਤੇ ਉਹਨੇ ਕਿਹਾ ਜਨਾਬ ਮੇਰੇ ਘਰ ਦਾ ਨਾ ਜਿਹੜਾ ਨਾ ਪਲੰਗ ਟੁੱਟ ਗਿਆ ਤੇ ਉਹਨੂੰ ਮੈਂ ਮੁਰੰਮਤ ਕਰਨਾ। ਤੇ ਉਹ ਸਾਰੇ ਦੋਸਤ ਜਿਹੜੇ ਨਾ ਸੁਣ ਕੇ ਆਂਦੇ ਨੇ, ਹੈ ਕੀ ਆਖਿਆ ਜੀ, ਪਲੰਗ ਟੁੱਟ ਗਿਆ? ਉਹਨੇ ਆਖਿਆ ਹਾਂਜੀ। ਤੇ ਉਹਨੇ ਆਖਿਆ ਕਿ ਪਲੰਗ ਟੁੱਟ ਗਿਆ ਯਾਰ, ਅਸੀਂ ਵਡੇਰੇ ਹੋ ਗਏ ਹਾਂ, ਸਾਨੂੰ ਅੱਜ ਤੱਕ ਨਹੀਂ ਪਤਾ ਲੱਗਾ ਕਿ ਪਲੰਗ ਕਿਵੇਂ ਤਰੋੜਨਾ। ਤੂੰ ਪਲੰਗ ਤਰੋੜ ਦਿੱਤਾ, ਤੇ ਕਿਵੇਂ ਤਰੋੜੀ ਇਹ ਸਾਨੂੰ ਵੀ ਦੱਸ। ਉਹ ਬੰਦਾ ਨਾ ਬੜਾ ਸਮਝ ਲਓ ਕਿ ਮੁੰਡਾ ਜੋ ਸੀ ਜਵਾਨ, ਤੇ ਬੜਾ ਸ਼ਰਮਸਾਰ ਜਿਹਾ ਹੋਇਆ ਇਹ ਗੱਲ ਸੁਣ ਕੇ ਕਿ ਬਜ਼ੁਰਗਾਂ ਨੇ ਮੈਨੂੰ ਸਵਾਲ ਕੀ ਕਰ ਦਿੱਤਾ। ਉਹਨਾਂ 'ਚੋਂ ਇੱਕ ਬਜ਼ੁਰਗ ਥੋੜ੍ਹੇ ਮਜ਼ਾਹੀਆ ਸਨ, ਤੇ ਉਹਨਾਂ ਆਖਿਆ ਯਾਰ ਅਸੀਂ ਤੈਨੂੰ ਜਿਹੜੀ ਗੱਲ ਪਾ ਪੁੱਛਦੇ ਹਾਂ ਉਹ ਸਾਨੂੰ ਕਿਉਂ ਨਹੀਂ ਦੱਸਦਾ, ਕਿਉਂਕਿ ਅਸੀਂ ਵੀ ਵਡੇਰੇ ਹੋ ਗਏ ਹਾਂ, ਜ਼ਿੰਦਗੀ ਅਸਾਂ ਵੀ ਗੁਜ਼ਾਰੀ ਹੈ, ਜਵਾਨੀ ਅਸਾਂ ਵੀ ਗੁਜ਼ਾਰੀ ਹੈ, ਲੇਕਿਨ ਅੱਜ ਤੱਕ ਅਸੀਂ ਪਲੰਗ ਨਹੀਂ ਭੰਨ ਸਕੇ। ਤੂੰ ਕਿਵੇਂ ਤਰੋੜ ਲਿਆ ਉਹ ਤਾਂ ਜ਼ਰਾ ਦੱਸ। ਤੇ ਦੋਸਤੋ, ਇਹ ਸੀ ਅੱਜ ਥੋੜ੍ਹੀ ਜਿਹੀ ਗੱਲ ਜ਼ਿਹਨ 'ਚ ਆਈ, ਤੇ ਮੈਂ ਆਖਿਆ ਤੁਹਾਡੇ ਨਾਲ ਇਹ ਵੀ ਸ਼ੇਅਰ ਕਰ ਲਈਏ। ਤੇ ਦੋਸਤੋ, ਉਹਨਾਂ ਨੇ ਜਦੋਂ ਬਾਰ-ਬਾਰ ਇਸਰਾਰ ਕੀਤਾ ਦੱਸ, ਤੇ ਬੰਦਾ ਜਿਹੜਾ ਨਾ ਨਾਦਮ ਹੁੰਦਾ ਰਿਹਾ, ਸ਼ਰਮਸਾਰ ਹੁੰਦਾ ਰਿਹਾ। ਤੇ ਉਹਨਾਂ ਫਿਰ ਕਿਹਾ ਕਿ ਯਾਰ ਸਾਨੂੰ ਤੂੰ ਦੱਸਣਾ ਨਹੀਂ ਅਗਰ ਚਾਹੁੰਦਾ ਤੇ ਨਾ ਦੱਸ, ਲੇਕਿਨ ਸਾਨੂੰ ਇਹ ਟਾਈਮ ਦੱਸ ਦੇ ਕਿ ਤੂੰ ਜਾਣਾ ਕਿਦੋਂ ਹੈ। ਉਹਨੇ ਕਿਹਾ ਜਨਾਬ ਮੈਂ ਅਸਰ ਦੀ ਨਮਾਜ਼ ਪੜ੍ਹ ਕੇ ਜਾਣਾ ਚਾਹੁੰਦਾ ਵਾਂ। ਤੇ ਉਹਨਾਂ ਕਿਹਾ ਠੀਕ ਹੈ, ਜਾ ਕੇ ਤੂੰ ਪਲੰਗ ਸਹੀ ਕਰਾ, ਇਹ ਨਾ ਹੋਵੇ ਕਿ ਸਾਡੀ ਵਜ੍ਹਾ ਤੋਂ ਤੇਰਾ ਪਲੰਗ ਰਹਿ ਜਾਵੇ ਤੇ ਸਾਰੀ ਰਾਤ ਤੈਨੂੰ ਜ਼ਮੀਨ ਦੇ ਉੱਤੇ ਸੌਣਾ ਪੈ ਜਾਵੇ। ਇਸ ਵੀਡੀਓ ਨੂੰ ਲਾਈਕ ਕਰਿਆ ਜੇ, ਸ਼ੇਅਰ ਕਰਿਆ ਜੇ, ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ, ਔਰ ਕਮੈਂਟ ਸੈਕਸ਼ਨ ਵਿੱਚ ਇੱਕ ਕਮੈਂਟ ਲਾਜ਼ਮੀ ਕਰਿਆ ਜੇ। ਅੱਲਾਹ ਤਾਲਾ ਸਾਨੂੰ ਸਾਰਿਆਂ ਨੂੰ ਅਮਲ ਦੀ ਤੌਫੀਕ ਅਤਾ ਫਰਮਾਏ। ਸਭ ਦਾ ਭਲਾ ਤੇ ਸਭ ਦੀ ਖੈਰ। ਅੱਲਾਹ ਹਾਫਿਜ਼।